ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਬਰਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਕਿਹੜੀਆਂ ਖਬਰਾਂ ਨੇ, ਪਹਿਲਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੀਆਂ ਨਜ਼ਰਾਂ ਇੱਕ ਦੂਸਰੇ ਮੁਲਕ ਤੇ ਮੁਲਕਾਂ ਦੀਆਂ ਵਿਗਿਆਨੀਆਂ ਤੇ ਟਿਕੀਆਂ ਹੋਈਆਂ ਨੇ ਕਿ ਕਿਹੜੇ ਪਾਸੋਂ ਖਬਰ ਚੰਗੀ ਜਾਂ ਕੋਈ ਚੱਜ ਦੀ ਖਬਰ ਆਵੇ। 3-4 ਮੁਲਕ ਨੇ ਜਿਹੜੇ ਲਗਾਤਾਰ ਦਾਅਵੇ ਕਰ ਰਹੇ ਨੇ। ਉਹਨਾਂ ਵਿੱਚੋਂ ਅਮਰੀਕਾ ਵੀ ਹੈ, ਉਹਨਾਂ ਵਿੱਚੋਂ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਵੀ ਹੈ, ਉਹਦੇ ਵਿੱਚੋਂ ਚੀਨ ਵੀ ਹੈ, ਉਹਨਾਂ ਵਿੱਚ ਆਸਟ੍ਰੇਲੀਆ ਅਤੇ ਭਾਰਤ ਵੀ ਨੇ। ਜਦੋਂ ਵੱਖੋ-ਵੱਖ ਮੁਲਕਾਂ ਤੇ ਉਹਨਾਂ ਦੇ ਵਿਗਿਆਨੀਆਂ ਵੱਲੋਂ ਦਾਅਵੇ ਠੋਕੇ ਜਾ ਰਹੇ ਨੇ, ਕਈਆਂ ਨੇ ਅਗਸਤ ਤੇ ਕਈਆਂ ਨੇ ਸਤੰਬਰ ਮਹੀਨਾ ਦਿੱਤਾ ਸੀ, ਪਰ ਇਹ ਸਾਰੀਆਂ ਖਬਰਾਂ ਚੱਲ ਹੀ ਰਹੀਆਂ ਸਨ ਕਿ WHO ਦੇ ਜਿਹੜੇ ਕਾਰਜਕਾਰੀ ਡਾਇਰੈਕਟਰ ਨੇ, ਉਹਨਾਂ ਨੇ ਆਖ ਦਿੱਤਾ ਹੈ ਕਿ 2020 ਦੇ ਵਿੱਚ ਕੋਈ ਆਸ ਨਾ ਰੱਖਿਓ, ਕੋਈ ਉਮੀਦ ਨਾ ਰੱਖਿਓ। 2021 ਦੇ ਵਿੱਚ ਕਰੋਨਾ ਵਾਇਰਸ ਦੀ ਦਵਾਈ ਆਉਣ ਦੀ ਸੰਭਾਵਨਾ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ। ਇਹ ਵੱਡੀ ਖਬਰ ਕਿਉਂ ਹੈ, ਇਹ ਤੁਹਾਡੇ ਨਾਲ ਵਿਸਤਾਰ ਨਾਲ ਸਾਂਝੀ ਕਰਾਂਗੇ। ਦੂਸਰੇ ਪਾਸੇ ਅਮਰੀਕਾ ਨੇ ਫਾਈਜ਼ਰ ਅਤੇ ਇੱਕ ਹੋਰ ਕੰਪਨੀ ਦੇ ਨਾਲ ਸਮਝੌਤੇ ਸਹੀਬੱਧ ਕਰ ਲਏ ਨੇ, ਘੁੱਗੀਆਂ ਮਾਰ ਦਿੱਤੀਆਂ ਨੇ। ਕਿੰਨੇ ਕਰੋੜ ਡੋਜ਼ਿਸ ਦਾ ਉਹਨਾਂ ਨੂੰ ਆਰਡਰ ਦੇ ਦਿੱਤਾ, ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਉਹ ਕਿਹੜੇ ਮਹੀਨੇ ਕਹਿੰਦੇ ਨੇ ਡਿਲੀਵਰੀ ਕਰ ਦਿਆਂਗੇ, ਇਹ ਖਬਰ ਵੀ ਸਾਂਝੀ ਕਰਾਂਗੇ। ਤੇ ਉਹ ਕਿਹਨੂੰ ਦਵਾਈ ਮਿਲੇਗੀ, ਇਹਦਾ ਵੀ ਵਿਸਥਾਰ ਦਿਆਂਗੇ। ਇਸੇ ਤਰ੍ਹਾਂ ਏਅਰ ਐਮੀਰੇਟਸ, ਜੇ ਪੰਜਾਬੀ 'ਚ ਕਹੀਏ ਤਾਂ ਏਅਰ ਅਮੀਰਾਤ, ਉਹਨਾਂ ਨੇ ਇੱਕ ਪਹਿਲੀ ਏਵੀਏਸ਼ਨ ਦੀ ਦੁਨੀਆ ਦੇ ਵਿੱਚ ਪਹਿਲੀ ਇਹ ਏਅਰਲਾਈਨ ਬਣ ਗਈ ਹੈ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਕੋਵਿਡ-19 ਪੈਂਡੈਮਿਕ ਨੂੰ ਲੈ ਕੇ ਇੱਕ ਵੱਖਰੀ ਕਿਸਮ ਦਾ ਐਲਾਨ ਕੀਤਾ ਕਿ ਜੇਕਰ ਤੁਸੀਂ ਏਅਰ ਐਮੀਰੇਟਸ ਦੇ ਵਿੱਚ ਯਾਤਰਾ ਕਰੋਗੇ, ਸਫ਼ਰ ਕਰੋਗੇ, ਤੁਹਾਨੂੰ ਕਰੋਨਾ ਵਾਇਰਸ ਹੋ ਜਾਂਦਾ ਹੈ, ਉਹਦਾ ਖਰਚ ਤੇ ਕੁਆਰੰਟੀਨ ਦਾ ਖਰਚ ਕੌਣ ਝੱਲੇਗਾ। ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਤੇ ਪਹਿਲੀ ਆਪਣੀ ਕਿਸਮ ਦੀ ਖਬਰ ਹੈ। ਇਸੇ ਤਰ੍ਹਾਂ ਇੱਕ 12 ਵਰ੍ਹਿਆਂ ਦੀ ਬਾਲੜੀ, 12 ਵਰ੍ਹੇ ਕੁਛ ਵੀ ਉਮਰ ਨਹੀਂ ਹੁੰਦੀ, ਉਹ ਉਮਰ ਹੁੰਦੀ ਹੈ ਜਿਸ ਦੇ ਹੱਥ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਜਿਹਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਸੁਪਨੇ ਹੋਣੇ ਚਾਹੀਦੇ ਨੇ। ਉਸ ਬਾਲੜੀ ਨੂੰ ਇੱਕ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਧੱਕਣ ਵਾਲੀ ਇੱਕ ਔਰਤ ਤੇ ਇੱਕ ਆਦਮੀ ਨੂੰ ਸਜ਼ਾ, ਜੁਰਮਾਨਾ ਦਿੱਲੀ ਦੀ ਇੱਕ ਅਦਾਲਤ ਨੇ ਠੋਕ ਕੇ ਕੀਤਾ ਹੈ। ਇਹ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ। ਹੁਣ ਇੱਕ ਕਰਕੇ ਖਬਰਾਂ ਨੂੰ ਵਿਸਥਾਰ ਦਿੰਦੇ ਹਾਂ। ਤੇ ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਹੈ, ਅਪੀਲ ਕਰਨੀ ਚਾਹੁੰਦਾ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕਿਰਪਾ ਕਰਕੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ, ਲਾਈਕ ਅਤੇ ਇਹਦੇ ਨਾਲ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਜੇਕਰ ਤੁਹਾਨੂੰ ਇਹ ਖਬਰਾਂ ਚੰਗੀਆਂ ਲੱਗੀਆਂ। ਹੁਣ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅਮਰੀਕਾ ਦਾਅਵਾ ਕਰ ਰਿਹਾ ਹੈ ਕਿ ਅਸੀਂ 2 ਕੰਪਨੀਆਂ, ਫਾਈਜ਼ਰ ਅਤੇ ਇੱਕ ਬਾਇਓਟੈਕ ਕੰਪਨੀ ਹੈ ਬਾਇਓਇਨਟੇਕ, ਉਹਦੇ ਨਾਲ ਸਮਝੌਤਾ ਸਹੀਬੱਧ ਕਰ ਲਿਆ। ਦੂਸਰੇ ਪਾਸੇ WHO ਆਖ ਰਿਹਾ ਹੈ ਕਿ ਨਹੀਂ, ਹਾਲੇ ਦਵਾਈ ਨਹੀਂ। WHO ਦੇ ਕਾਰਜਕਾਰੀ ਡਾਇਰੈਕਟਰ ਨੇ ਮਾਈਕ ਰਿਆਨ ਕਹਿੰਦੇ ਨੇ ਕਿ ਜਿਹੜੀਆਂ ਕੰਪਨੀਆਂ ਕਹਿ ਰਹੀਆਂ ਨੇ ਕਿ ਅਸੀਂ ਸਤੰਬਰ ਮਹੀਨੇ ਦਵਾਈ ਮਾਰਕੀਟ ਵਿੱਚ ਦੇ ਦਿਆਂਗੇ, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਫ਼ਰ ਕਰ ਲਿਆ, ਬਹੁਤ ਸਾਰੀਆਂ ਜਾਨਾਂ ਗਵਾ ਲਈਆਂ ਨੇ, ਪਰ ਅਸੀਂ ਕਾਹਲੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈਣਾ ਚਾਹੁੰਦੇ ਜਿਹਦੇ ਕਾਰਨ ਮਨੁੱਖਤਾ ਨੂੰ ਕੋਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਹ ਕਹਿੰਦੇ ਅਸੀਂ ਉਹ ਮਾਪਦੰਡ ਅਪਣਾ ਕੇ ਰੱਖਣਾ ਚਾਹੁੰਦੇ ਹਾਂ ਜਿਹਦੇ ਸਾਨੂੰ ਚਿਰ ਸਥਾਈ ਤੇ ਸਾਰਥਕ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣ। ਉਹ ਕਹਿੰਦੇ ਕਾਹਲੀ ਸਾਡੀ ਸੁਰੱਖਿਆ ਦੇ ਉੱਤੇ ਵੱਡਾ ਸਵਾਲ ਬਣ ਸਕਦੀ ਹੈ। ਸੁਰੱਖਿਅਤ ਅਤੇ ਪ੍ਰਭਾਵੀ ਨਤੀਜੇ ਦੇਣ ਦੇ ਵਾਸਤੇ ਸਾਨੂੰ ਸਾਵਧਾਨੀ ਵਰਤਣੀ ਪਏਗੀ। ਹੁਣ WHO ਦੇ ਕਾਰਜਕਾਰੀ ਡਾਇਰੈਕਟਰ ਦਾ ਇਹ ਕਹਿ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ, ਹਾਲੇ ਭਾਵ 2020 ਦੇ ਵਿੱਚ ਤੁਹਾਨੂੰ ਦਵਾਈ ਨਹੀਂ ਮਿਲ ਸਕਦੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਹੈ। ਹੁਣ ਦੂਸਰੇ ਪਾਸੇ ਚੀਨ, ਬਰਤਾਨੀਆ, ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਦੀਆਂ ਕੰਪਨੀਆਂ ਕਹਿ ਰਹੀਆਂ ਨੇ ਕਿ ਅਗਸਤ ਜਾਂ ਸਤੰਬਰ ਮਹੀਨੇ ਦੇ ਵਿੱਚ ਅਸੀਂ ਦਵਾਈਆਂ ਬਣਾ ਲੈਣੀਆਂ ਨੇ। ਹੁਣ ਅਮਰੀਕਾ ਨੇ ਤਾਂ 2 ਕੰਪਨੀਆਂ ਨੇ, ਉਹ ਕੰਪਨੀ ਇੱਕ ਫਾਈਜ਼ਰ ਤੇ ਦੂਸਰੀ ਬਾਇਓਟੈਕ, ਇਹਨਾਂ ਨਾਲ ਵੱਡੇ ਸਮਝੌਤੇ ਕੀਤੇ ਨੇ। ਹੁਣ ਅਮਰੀਕੀ ਸਮਝੌਤੇ ਦੇ ਹਿਸਾਬ ਦੇ ਨਾਲ ਉੱਥੋਂ ਦੇ ਸਿਹਤ ਸਕੱਤਰ ਨੇ ਐਲੈਕਸ ਦੇ ਮੁਤਾਬਕ ਉਹ ਕਹਿੰਦੇ ਅਸੀਂ ਜਿਹੜਾ ਪਹਿਲਾ ਸਮਝੌਤਾ ਸਹੀਬੱਧ ਕੀਤਾ ਹੈ
ਉਹਦੇ ਮੁਤਾਬਕ ਸਾਨੂੰ 10 ਕਰੋੜ ਡੋਜ਼ਸ ਮਿਲਣਗੀਆਂ। ਹੁਣ ਜਿਹੜੀ ਫਾਈਜ਼ਰ ਕੰਪਨੀ ਤੇ ਦੂਸਰੀ ਬਾਇਓਟੈਕ ਕੰਪਨੀ ਹੈ, ਉਹਨਾਂ ਨੇ ਦੱਸਿਆ ਕਿ ਜੇਕਰ ਸਾਡੀ ਖੁਰਾਕ ਜਦੋਂ ਅਸੀਂ ਮਾਰਕੀਟ ਵਿੱਚ ਦਿੱਤੀ, ਇੱਕ ਵਿਅਕਤੀ ਨੂੰ 2 ਖੁਰਾਕਾਂ ਦੇਣੀਆਂ ਪੈਣਗੀਆਂ, 2 ਡੋਜ਼ਸ ਦੀ ਜ਼ਰੂਰਤ ਹੈ। ਸੋ ਇਹਦਾ ਭਾਵ ਕਿ ਜੇਕਰ 10 ਕਰੋੜ ਖੁਰਾਕਾਂ ਅਮਰੀਕਾ ਨੂੰ ਮਿਲਦੀਆਂ ਨੇ ਤਾਂ ਉਹ 5 ਕਰੋੜ ਲੋਕਾਂ ਦੇ ਵਾਸਤੇ ਹੋਣਗੀਆਂ। ਜਦੋਂ ਐਲੈਕਸ ਜਾਰ ਨੂੰ ਪੁੱਛਿਆਗਾ ਕਿ ਕੀ 5 ਕਰੋੜ ਡੋਜ਼ਸ ਚਾਹੀਦੀਆਂ ਨੇ, ਉਹ ਕਹਿੰਦੇ ਨਹੀਂ, ਅਸੀਂ ਅਸਲ ਦੇ ਵਿੱਚ ਇਹ ਪਹਿਲੀਆਂ ਖੁਰਾਕਾਂ ਨੇ ਜਿਹੜੀਆਂ ਸਾਨੂੰ ਪਹਿਲੀ ਖੇਪ ਮਿਲੇਗੀ। ਅਸਲ ਦੇ ਵਿੱਚ ਅਸੀਂ ਇਸ ਤੋਂ ਵੱਡਾ ਸਮਝੌਤਾ ਕੀਤਾ, 50 ਕਰੋੜ ਡੋਜ਼ਸ ਦਾ ਸਮਝੌਤਾ ਕੀਤਾ। ਤੇ ਦੂਸਰੇ ਪਾਸਿਓਂ ਜਿਹੜੀ ਕੰਪਨੀ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਵੈਕਸੀਨ ਦੇ ਉੱਤੇ ਕੰਮ ਕਰ ਰਹੀ ਹੈ, ਅਮਰੀਕਾ ਨੇ 30 ਕਰੋੜ ਡੋਜ਼ਸ ਦਾ ਉਹਨਾਂ ਨੂੰ ਵੀ ਆਰਡਰ ਪਲੇਸ ਕਰ ਦਿੱਤਾ ਹੈ। ਹੁਣ ਜੇਕਰ ਅਮਰੀਕਾ, ਉਧਰ ਬਰਤਾਨੀਆ ਨੇ ਆਖਿਆ ਕਿ ਅਸੀਂ 9 ਕਰੋੜ ਡੋਜ਼ਸ ਦਾ ਜਿਹੜਾ ਆਰਡਰ ਇਹਨਾਂ ਕੰਪਨੀਆਂ ਨੂੰ ਦੇ ਦਿੱਤਾ ਹੈ। ਹੁਣ ਜੇਕਰ ਅਮੀਰ ਲੋਕ ਇਹਨਾਂ ਦਵਾਈਆਂ ਨੂੰ ਲੈ ਜਾਣਗੇ, ਇਸੇ ਗੱਲ ਦੇ ਉੱਤੇ WHO ਵੀ ਪਿੱਟ ਸਿਆਪਾ ਕਰ ਰਿਹਾ ਸੀ ਕਿ ਜਿਹੜੇ ਪੈਸੇ ਅਮੀਰ ਮੁਲਕਾਂ ਵੱਲੋਂ WHO ਨੂੰ ਫੰਡਿੰਗ ਰਾਹੀਂ ਦਿੱਤੇ ਜਾਂਦੇ ਨੇ, ਉਹ ਖਾਸ ਕਰਕੇ ਅਫਰੀਕਨ, ਅਫਗਾਨਿਸਤਾਨ, ਪਾਕਿਸਤਾਨ ਤੇ ਹੋਰ ਬਹੁਤ ਸਾਰੇ ਮੁਲਕ ਜਿਨ੍ਹਾਂ ਦੇ ਵਿੱਚ ਗਰੀਬੀ ਹੈ ਤੇ ਗਰੀਬ ਲੋਕ ਦਵਾਈ ਜਿਹੜੇ ਨਹੀਂ ਖਰੀਦ ਸਕਦੇ, ਇਹਨਾਂ ਵੱਲੋਂ ਦਿੱਤਾ ਗਿਆ ਪੈਸਾ ਉਹਨਾਂ ਮੁਲਕਾਂ ਦੇ ਵਿੱਚ ਸਪੈਂਡ ਕੀਤਾ ਜਾਂਦਾ ਹੈ। ਹੁਣ ਇਹ ਸਵਾਲੀਆ ਚਿੰਨ੍ਹ ਹੈ ਕਿ ਜੇਕਰ ਹੁਣ ਅਮਰੀਕਾ ਵਰਗੇ ਮੁਲਕ ਨੇ ਤਾਂ ਫੰਡਿੰਗ ਆਲਰੇਡੀ ਬੰਦ ਕਰ ਦਿੱਤੀ ਹੈ, WHO ਨਾਲ ਤੋੜ ਵਿਛੋੜਾ ਕਰ ਲਿਆ, ਤੇ ਫਿਰ ਕੱਲ੍ਹ ਨੂੰ ਜੇਕਰ ਦਵਾਈ ਆ ਜਾਂਦੀ ਹੈ, ਭਾਵੇਂ WHO ਦੇ ਕਹਿਣ ਦੇ ਮੁਤਾਬਕ ਉਹ 2021 ਦੇ ਸ਼ੁਰੂ ਵਿੱਚ ਆ ਸਕਦੀ ਹੈ, ਤਾਂ ਫਿਰ ਉਹ ਗਰੀਬ ਮੁਲਕਾਂ ਦੇ ਵਿੱਚ ਜਿਹੜੇ ਲੋਕ ਕਰੋਨਾ ਵਾਇਰਸ ਤੋਂ ਪੀੜਤ ਨੇ, ਉਹਨਾਂ ਵਾਸਤੇ ਦਵਾਈ ਕੌਣ ਪੁੱਜਦੀ ਕਰੇਗਾ। ਹੁਣ ਅਗਲੀ ਖਬਰ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਜਦੋਂ ਚੀਨ ਤੇ ਅਮਰੀਕਾ ਦੋਵੇਂ ਇੱਕ ਦੂਸਰੇ ਦੇ ਆਮੋ ਸਾਹਮਣੇ ਨੇ, ਹੁਣ ਬੀਤੇ ਕਈ ਦਿਨਾਂ ਤੋਂ ਇਹ ਝਗੜਾ, ਇਹ ਰੌਲਾ, ਇਹ ਝਿੜਕਾ ਇਸ ਤਰਕ ਨਾਲ ਜਾਂ ਇਸ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਕਿ ਹੂਸਟਨ ਦੇ ਵਿਚਲਾ ਚੀਨੀ ਸਫਾਰਤਖਾਨਾ ਕੌਂਸਲੇਟ ਆਫਿਸ ਅਮਰੀਕਾ ਨੇ ਬੰਦ ਕਰਨ ਦੇ ਅਲਟੀਮੇਟਮ ਦੇ ਦਿੱਤਾ ਹੈ। ਤੇ ਉਧਰ ਚੀਨ ਨੇ ਇਹਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹ ਕਹਿੰਦੇ ਇਹਦੇ ਨਤੀਜੇ ਤੁਹਾਨੂੰ ਵੀ ਭੁਗਤਣੇ ਪੈਣਗੇ। ਅਸਲ ਦੇ ਵਿੱਚ ਚੀਨ ਦੇ ਉੱਤੇ ਇੱਕ ਵੱਡਾ ਦੋਸ਼ ਅਮਰੀਕਾ ਨੇ ਲਾਇਆ। ਪਹਿਲਾਂ ਇਸੇ ਤਰ੍ਹਾਂ ਦਾ ਹਫ਼ਤਾ ਤੱਕ ਪਹਿਲਾਂ ਕੈਨੇਡਾ ਨੇ ਕਿਹਾ ਸੀ ਕਿ ਸਾਡੀ ਲੈਬ ਦੇ ਵਿੱਚੋਂ ਜਿਹੜਾ ਅਸੀਂ ਕਰੋਨਾ ਵੈਕਸੀਨ ਦੇ ਉੱਤੇ ਕੰਮ ਕਰ ਰਹੇ ਹਾਂ, ਸਾਡੇ ਵਿਗਿਆਨੀ ਕਰ ਰਹੇ ਨੇ, ਉਹਨੂੰ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਚੀਨ ਨੇ। ਹੁਣ ਅਮਰੀਕਾ ਦੇ ਵਿੱਚੋਂ ਇਸੇ ਤਰ੍ਹਾਂ ਦੀ ਖਬਰ ਮਿਲੀ ਹੈ ਕਿ 2 ਬੰਦੇ ਨੇ ਜਿਹੜੇ ਚੀਨ ਦੇ ਰੱਖਿਆ ਵਿਭਾਗ ਦੇ ਨਾਲ ਵੀ ਕੰਮ ਕਰ ਰਹੇ ਨੇ, ਤੇ ਉਹ ਸਾਇੰਟਿਸਟ ਨੇ ਤੇ ਉਹ ਵਿਗਿਆਨੀ ਨੇ। ਇਹਨਾਂ ਵਿਗਿਆਨੀਆਂ ਨੇ ਅਸਲ ਦੇ ਵਿੱਚ ਅਮਰੀਕਾ ਦੇ ਖੋਜ ਕਰਨ ਵਾਲੇ ਵਿਗਿਆਨੀਆਂ ਦਾ ਤੇ ਕਈ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਦਵਾਈ ਬਣਾ ਰਹੀਆਂ, ਤੇ ਘੱਟੋ ਘੱਟ 100 ਕੰਪਨੀਆਂ ਦਾ ਜ਼ਿਕਰ ਕੀਤਾ ਗਿਆ ਕਿ ਇਹ ਜਿਹੜੇ ਹੈਕਰ ਨੇ, ਇਹਨਾਂ ਦੋਵਾਂ ਨੇ ਉਹਨਾਂ ਕੰਪਨੀਆਂ ਦੇ ਡਾਟੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਧਰ ਚੀਨ ਕਹੀ ਜਾਂਦਾ ਕਿ ਅਸੀਂ ਦਵਾਈ ਬਣਾਉਣ ਦੇ ਨੇੜੇ ਹਾਂ। ਜੇ ਉਹ ਦਵਾਈ ਬਣਾਉਣ ਦੇ ਨੇੜੇ ਨੇ ਤਾਂ ਫਿਰ ਚੋਰੀਆਂ ਕਰਨ ਦੀ ਕਿਹੜੀ ਲੋੜ ਹੈ। ਤੇ ਜਿਹੜੇ 2 ਇਹ ਸੁਰੱਖਿਆ ਮਹਿਕਮੇ ਦੇ ਨਾਲ ਕੰਮ ਕਰਨ ਵਾਲੇ ਹੈਕਰ ਨੇ, ਵਿਗਿਆਨੀ ਨੇ, ਇਹਨਾਂ ਵਿੱਚ ਇੱਕ ਲੀ ਸ਼ੀਆ ਓਊ ਹੈ ਤੇ ਦੂਸਰਾ ਡੋਂਗ ਜਿਆਜ਼ੀ ਹੈ। ਇਹਨਾਂ ਦੋਵਾਂ ਦੇ ਉੱਤੇ ਦੋਸ਼ ਲੱਗੇ ਨੇ। ਤੇ ਜਦੋਂ ਇਹ ਮਾਮਲਾ ਗਰਮ ਹੋਇਆ, ਇਸੇ ਤਰ੍ਹਾਂ ਦਾ ਇੱਕ ਵਿਅਕਤੀ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਦੱਸਿਆ ਜਾ ਰਿਹਾ ਕਿ 26 ਜੂਨ ਨੂੰ ਆਇਆ ਸੀ। ਉਸ ਵਿਅਕਤੀ ਨੂੰ ਇੱਕ ਉੱਥੇ ਸਫਾਰਤਖਾਨੇ ਦੇ ਵਿੱਚ ਉਹਨਾਂ ਨੇ ਪਨਾਹ ਦੇ ਕੇ ਵੀ ਰੱਖਿਆ ਹੋਇਆ, ਚੀਨੀ ਸਫਾਰਤਖਾਨੇ ਦੇ ਵਿੱਚ। ਇਹਦੇ ਤੋਂ ਬਾਅਦ ਹੁਣ ਪੂਰੇ 5 ਕੌਂਸਲੇਟ ਆਫਿਸ ਨੇ ਚੀਨ ਦੇ ਅਮਰੀਕਾ ਦੇ ਵਿੱਚ। ਰਾਸ਼ਟਰਪਤੀ ਟਰੰਪ ਸਾਹਿਬ ਨੇ ਚੀਨ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਹਾਲੇ ਤਾਂ ਅਸੀਂ ਹੂਸਟਨ ਵਾਲਾ ਬੰਦ ਕਰਨ ਬਾਰੇ ਤੁਹਾਨੂੰ ਕਿਹਾ। ਹੋ ਸਕਦਾ ਜੇ ਚੀਨ ਸੁਧਰਿਆ ਨਾ, ਆਉਣ ਵਾਲੇ ਦਿਨਾਂ ਦੇ ਵਿੱਚ ਚੀਨ ਦੇ ਜਿਹੜੇ ਹੋਰ ਕੌਂਸਲੇਟ ਆਫਿਸ ਅਮਰੀਕਾ ਵਿੱਚ ਨੇ, ਉਹ ਵੀ ਅਸੀਂ ਬੰਦ ਕਰ ਸਕਦੇ ਹਾਂ। ਇਹਦਾ ਮਤਲਬ ਰਿਸ਼ਤੇ ਥੋੜੇ ਬਹੁਤੇ ਵਿਗੜੇ ਨਹੀਂ ਹੋਏ, ਲਗਾਤਾਰ ਚੀਨ ਤੇ ਅਮਰੀਕਾ ਦੇ ਰਿਸ਼ਤੇ ਵਿਗੜ ਰਹੇ ਨੇ। ਚੀਨ ਦੇ ਜਿਹੜੇ ਬੇੜੇ ਹੈ, ਮਾਫ ਕਰਨਾ, ਜਿਹੜੇ ਅਮਰੀਕਾ ਦੇ ਬੇੜੇ ਹੈ, ਇਸ ਵਕਤ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਵੀ ਗੇੜੀਆਂ ਮਾਰ ਰਹੇ ਹੈ। ਉੱਥੇ ਚੀਨ ਇੱਕ ਪਾਸੇ ਹੈ ਤੇ ਇਹਦੇ ਖਿਲਾਫ ਜਾਪਾਨ, ਆਸਟ੍ਰੇਲੀਆ, ਭਾਰਤ ਅਤੇ ਅਮਰੀਕਾ ਆਪਣੀਆਂ ਫੌਜੀ ਮਸ਼ਕਾਂ ਕਰਨ ਲੱਗੇ ਹੋਏ ਆ। ਭਾਵ ਚੀਨ ਦੇ ਉੱਤੇ ਲਗਾਤਾਰ ਪ੍ਰੈਸ਼ਰ ਬਿਲਡ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਚੀਨ ਨੂੰ ਜਦੋਂ ਇਸ ਗੱਲ ਦਾ ਅਲਟੀਮੇਟਮ ਦਿੱਤਾ ਗਿਆ ਕਿ ਤੁਹਾਡਾ ਹੂਸਟਨ ਵਾਲਾ ਸਫਾਰਤਖਾਨਾ ਅਮਰੀਕਾ ਦੇ ਵਿੱਚੋਂ ਬੰਦ, ਆਪਣਾ ਬੁਰੀ ਬਿਸਤਰਾ ਕਰੋ ਗੋਲ, ਉਹਦੇ ਤੋਂ ਬਾਅਦ ਚੀਨ ਕਹਿੰਦਾ ਇਹਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪ੍ਰਤੀਕਿਰਿਆ ਸਖਤ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਭਾਵਨਾ ਹੈ ਕਿ ਚੀਨ ਵੱਲੋਂ ਆਵੇ।
ਹੁਣ ਜਿਹੜੀ ਅਗਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਏਅਰ ਐਮੀਰੇਟਸ ਦੀ ਹੈ। ਏਵੀਏਸ਼ਨ ਦੁਨੀਆ ਦੇ ਵਿੱਚ ਇਹ ਸਭ ਤੋਂ ਪਹਿਲੀ ਏਅਰਲਾਈਨ ਬਣ ਗਈ ਹੈ ਜਿਸ ਨੇ ਏਅਰ ਅਮੀਰਾਤ ਦੇ ਵਿੱਚ ਜਿਹੜੇ ਲੋਕ ਯਾਤਰਾ ਕਰਨਗੇ ਉਹਨਾਂ ਨੂੰ ਆਖਿਆ ਤਾਂ ਕਿ ਲੋਕ ਯਾਤਰਾ ਕਰਨ ਤੋਂ ਘਬਰਾਉਣ ਨਾ, ਗੁਰੇਜ਼ ਨਾ ਕਰਨ, ਕਿਉਂਕਿ ਬਹੁਤੇ ਮੁਲਕਾਂ ਨੂੰ ਤਾਂ ਇਸ ਵਕਤ ਇੰਟਰਨੈਸ਼ਨਲ ਫਲਾਈਟਸ ਜਾਂਦੀਆਂ ਹੀ ਨਹੀਂ, ਪਰ ਜਿੱਥੇ ਜਿੱਥੇ ਜਾਂਦੀਆਂ ਨੇ ਉਹਨਾਂ ਨੂੰ ਸਫ਼ਰ ਕਰਨ ਦੇ ਵਾਸਤੇ ਜੇਕਰ ਟਿਕਟ ਮਿਲਦੀ ਹੈ, ਜੇਕਰ ਉਹ ਏਅਰ ਐਮੀਰੇਟਸ ਦੇ ਵਿੱਚ ਸਫ਼ਰ ਕਰਦੇ ਆ ਉਹਨਾਂ ਨੂੰ ਪਰ ਕਰੋਨਾ ਵਾਇਰਸ ਹੋ ਜਾਂਦਾ ਤੇ ਫਿਰ ਜ਼ਿੰਮੇਵਾਰ ਕੌਣ ਹੈ? ਉਹਨਾਂ ਦਾ ਇਲਾਜ ਦਾ ਖਰਚ ਕੌਣ ਚੁੱਕੂ? ਜੇ ਉਹਨਾਂ ਨੂੰ ਕੁਆਰੰਟੀਨ ਕਰਨਾ ਪੈਂਦਾ, ਕਿਸੇ ਹੋਟਲ ਵਿੱਚ ਕਿਸੇ ਮੋਟਲ ਵਿੱਚ ਠਹਿਰਨਾ ਪੈ ਜਾਂਦਾ ਤੇ ਕੌਣ ਠਹਿਰਾਊ? ਇਹਦੇ ਉੱਤੇ ਏਅਰ ਐਮੀਰੇਟਸ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਤੇ 31 ਅਕਤੂਬਰ ਤੱਕ ਇਹ ਫੈਸਲਾ ਲਾਗੂ ਰਹੇਗਾ। ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਲਾਜ ਦਾ ਸਾਰਾ ਖਰਚਾ ਏਅਰ ਐਮੀਰੇਟਸ ਚੁੱਕੂਗੀ, ਕੁਆਰੰਟੀਨ ਦਾ ਸਾਰਾ ਖਰਚਾ ਜਿਹੜੇ ਹੋਟਲ ਵਿੱਚ ਠਹਿਰਾਇਆ ਜਾਏਗਾ ਏਅਰ ਐਮੀਰੇਟਸ ਚੁੱਕੂਗੀ। ਅਸਲ ਦੇ ਵਿੱਚ ਇਸ ਫੈਸਲਾ ਲੈਣ ਦੇ ਪਿੱਛੇ ਜਿਹੜਾ ਕਾਰਨ ਦੱਸਿਆ ਜਾ ਰਿਹਾ, ਦੁਬਈ ਦੇ ਜਿਹੜੇ ਉਪ ਰਾਸ਼ਟਰਪਤੀ ਨੇ, ਵਾਈਸ ਪ੍ਰੈਜ਼ੀਡੈਂਟ ਨੇ, ਸ਼ੇਖ ਮੁਹੰਮਦ, ਉਹਨਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ। ਇਸ ਏਅਰਲਾਈਨ ਦੁਬਈ ਦੀ ਏਅਰਲਾਈਨ ਹੈ, ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਹੀ ਉਸੇ ਰੌਸ਼ਨੀ ਦੇ ਵਿੱਚ ਏਅਰ ਐਮੀਰੇਟਸ ਨੇ ਇਹ ਫੈਸਲਾ ਲਿਆ। ਹੁਣ ਆਮ ਸੋਚਣਾ ਇਹ ਬਣਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਵਾਇਰਸ ਹੋ ਜਾਂਦਾ ਹੈ, ਹੁਣ ਖਰਚੇ ਦੀ ਕੋਈ ਸੀਮਾ ਵੀ ਤਾਂ ਹੋਏਗੀ, ਕੋਈ ਹੱਦ ਵੀ ਤਾਂ ਹੋਏਗੀ। ਕੋਈ ਵਿਅਕਤੀ ਛੇਤੀ ਠੀਕ ਹੋ ਸਕਦਾ ਹੈ, ਕਿਸੇ ਵਿਅਕਤੀ ਨੂੰ ਜ਼ਿਆਦਾ ਸਮੱਸਿਆਵਾਂ ਪੇਸ਼ ਹੋ ਸਕਦੀਆਂ ਨੇ। ਹੁਣ ਇਸ ਏਅਰਲਾਈਨ ਨੇ ਦੱਸਿਆ ਇਸ ਪਾਲਿਸੀ ਦੇ ਹਿਸਾਬ ਨਾਲ 1,70,000 1,74,000 ਲਗਭਗ ਪੌਣੇ 2 ਲੱਖ US ਡਾਲਰਾਂ ਦਾ ਜੇਕਰ ਖਰਚਾ ਹੈ, ਉਨੇ ਖਰਚੇ ਤੱਕ ਇਹ ਹਵਾਈ ਜਹਾਜ਼ ਜਿਹੜਾ ਹੈ, ਇਹ ਏਅਰਲਾਈਨ ਹੈ ਜਿਹੜੀ, ਉਹ ਖਰਚਾ ਕਿਸੇ ਮਰੀਜ਼ ਦਾ ਚੱਕੇਗੀ ਅਤੇ ਰੋਜ਼ਾਨਾ ਲਗਭਗ $100 ਯੂਰੋ ਜੇਕਰ ਕਿਸੇ ਕੁਆਰੰਟੀਨ ਹੋਟਲ ਦਾ ਖਰਚਾ ਉਹ ਇਹ ਏਅਰਲਾਈਨ 14 ਦਿਨ ਦੇ ਵਾਸਤੇ ਚੁੱਕੇਗੀ। ਕਹਿਣ ਦਾ ਭਾਵ ਉਹਨਾਂ ਨੇ ਇੱਕ ਕਿਸਮ ਦਾ ਲੋਕਾਂ ਨੂੰ ਯਾਤਰਾ ਕਰਨ ਦੇ ਵਾਸਤੇ ਮਨ ਦੇ ਵਿੱਚੋਂ ਡਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਖਬਰ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦਾ ਉਹ ਬਹੁਤ ਹੈਰਾਨੀਜਨਕ ਖਬਰ ਹੈ। ਖਬਰ ਇਹ ਹੈ ਕਿ ਇੱਕ 12 ਵਰ੍ਹਿਆਂ ਦੀ ਬਾਲੜੀ ਜਿਸ ਦੇ ਹੱਥ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਤੇ ਅੱਖਾਂ ਵਿੱਚ ਵੱਡੇ ਵੱਡੇ ਸੁਪਨੇ ਹੋਣੇ ਚਾਹੀਦੇ ਨੇ ਤੇ ਆਪਣੇ ਮਾਪਿਆਂ ਦੇ ਕੋਲ ਹੋਣੀ ਚਾਹੀਦੀ ਹੈ, ਸੁਰੱਖਿਅਤ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ, ਜਿਹਨੂੰ ਉਹ ਸਾਰਾ ਕੁਝ ਕਰਨ ਵਾਸਤੇ ਖੁੱਲੀ ਫਿਜ਼ਾ ਦੀ ਜ਼ਰੂਰਤ ਹੈ। ਜਿਹੜਾ ਕੁਝ ਆਪਾਂ ਚਾਹੁੰਦੇ ਹਾਂ, ਜੋ ਆਪਾਂ ਚਾਹੁੰਦੇ ਹਾਂ ਕਿ ਆਪਣੇ ਬੱਚੇ ਵੱਡੇ ਹੋ ਕੇ ਬਣਨ, ਪਰ ਇਸ ਬੱਚੀ ਨੂੰ ਅਗਵਾ ਵੀ ਕੀਤਾ ਗਿਆ, ਅੱਗੇ ਵੇਚਿਆ ਵੀ ਗਿਆ ਤੇ ਉਹਦੇ ਤੋਂ ਬਾਅਦ ਇਸ ਬਾਲੜੀ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਧੱਕ ਦਿੱਤਾ ਗਿਆ। ਹੁਣ 12 ਵਰ੍ਹਿਆਂ ਦੀ ਬਾਲੜੀ ਨੂੰ ਭਲਾ ਕੀ ਪਤਾ ਉਹ ਇਸ ਧੰਦੇ ਦੇ ਵਿੱਚ ਜਾਵੇ ਤਾਂ ਕਿਵੇਂ ਜਾਵੇ? ਉਹਦੀਆਂ ਅੱਖਾਂ 'ਚ ਮਿਰਚਾਂ, ਉਹਦੇ ਮੂੰਹ ਦੇ ਵਿੱਚ ਮਿਰਚਾਂ, ਉਹਦੇ ਕਈ ਬਾਡੀ ਪਾਰਟਸ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਤਾਂ ਕਿ ਉਹਨੂੰ ਡਰਾਇਆ ਗਿਆ ਕਿ ਜੇਕਰ ਤੂੰ ਸਾਡਾ ਆਖਾ ਨਹੀਂ ਮੰਨਦੀ ਤਾਂ ਤੈਨੂੰ ਦਰਿੰਦਗੀ ਝੱਲਣੀ ਪਏਗੀ। ਹੁਣ ਇਸ ਤਰ੍ਹਾਂ ਦੀ ਦਰਿੰਦਗੀ ਦੇ ਬਾਬਤ ਜਦੋਂ ਦਵਾਰਕਾ ਪੋਸਕੋ ਦਿੱਲੀ ਦੀ ਅਦਾਲਤ ਦੇ ਵਿੱਚ ਇਹ ਕੇਸ ਗਿਆ, ਸੈਸ਼ਨ ਜੱਜ ਪ੍ਰੀਤਮ ਸਿੰਘ ਉਹਨਾਂ ਨੇ ਸਖਤ ਫੈਸਲਾ ਸੁਣਾਇਆ। ਉਹਨਾਂ ਨੇ ਸੋਨੂ ਪੰਜਾਬਣ ਨਾਂ ਦੀ ਔਰਤ ਨੂੰ 24 ਵਰ੍ਹਿਆਂ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ ਦੇ ਵਿੱਚ। ਉਹਦੇ ਨਾਲ ਜਿਹੜਾ ਦੂਸਰਾ ਵਿਅਕਤੀ ਇਨਵੋਲਵਡ ਸੀ, ਸੰਦੀਪ ਬੇਦਵਾਲ, ਸੰਦੀਪ ਨੂੰ 20 ਵਰ੍ਹਿਆਂ ਦੀ ਸਜ਼ਾ ਸੁਣਾਈ ਤੇ ਨਾਲ 65,000 ਰੁਪਏ ਦਾ ਜੁਰਮਾਨਾ ਠੋਕਿਆ। ਸੋਨੂ ਪੰਜਾਬਣ ਨੂੰ 24 ਵਰ੍ਹਿਆਂ ਦੀ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਤੇ ਨਾਲ 64,000 ਦਾ ਜੁਰਮਾਨਾ ਠੋਕਿਆ। ਸਿਰਫ ਇਹ ਜੁਰਮਾਨਾ ਤੇ ਸਜ਼ਾ ਹੀ ਨਹੀਂ, ਮਾਨਯੋਗ ਅਦਾਲਤ ਨੇ ਫੈਸਲਾ ਸੁਣਾਉਂਦੇ ਸਮੇਂ ਇਹ ਵੀ ਆਖਿਆ ਕਿ ਮੁਆਵਜ਼ੇ ਦੇ ਤੌਰ ਤੇ ਇਸ ਬੱਚੀ ਨੂੰ, ਇਸ ਬਾਲੜੀ ਨੂੰ 7 ਲੱਖ ਰੁਪਈਆ ਵੀ ਦਿੱਤਾ ਜਾਵੇ। ਆਪਣੇ ਆਪ ਦੇ ਵਿੱਚ ਇੱਕ ਵੱਡਾ ਤੇ ਅਹਿਮ ਫੈਸਲਾ ਹੈ। ਇੱਕ ਨੂੰ ਦੋਸ਼ੀ ਨੂੰ 24 ਵਰ੍ਹੇ ਦੀ ਸਜ਼ਾ ਤੇ ਉਹਦੇ ਸਾਥੀ ਨੂੰ 20 ਵਰ੍ਹੇ ਦੀ ਸਜ਼ਾ, ਇੱਕ ਨੂੰ 64,000 ਤੇ ਇੱਕ ਨੂੰ 65,000 ਜੁਰਮਾਨਾ ਅਤੇ 7 ਲੱਖ ਰੁਪਈਆ ਮੁਆਵਜ਼ਾ। ਪਰ ਹੁਣ ਸਵਾਲ ਹਾਲੇ ਵੀ ਖੜਾ ਹੈ ਕਿ ਕੀ ਇਹ ਸਿਰਫ ਇੱਕੋ ਹੀ ਬੱਚੀ ਹੈ ਜਿਹਨੂੰ ਅਗਵਾ ਕਰ ਲਿਆ ਗਿਆ ਤੇ ਇਸ ਧੰਦੇ ਵਿੱਚ ਧੱਕ ਦਿੱਤਾ ਗਿਆ? ਬਹੁਤ ਸਾਰੀ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਹੈ ਜਿਹੜੇ ਘਰਾਂ ਦੇ ਵਿੱਚੋਂ ਅਗਵਾ ਹੁੰਦੇ ਆ। ਕਦੇ ਤੁਸੀਂ ਅੰਕੜੇ ਕਢਵਾ ਕੇ ਦੇਖਿਓ, ਉਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਨੇ ਕਦੇ ਉਹ ਲੱਭੇ ਹੀ ਨਹੀਂ, ਉਹ ਮਾਰੇ ਵੀ ਨਹੀਂ ਗਏ,
ਉਹ ਇਹਨਾਂ ਮਾਰਕੀਟਸ ਦੇ ਵਿੱਚ, ਇਹਨਾਂ ਬਾਜ਼ਾਰਾਂ ਦੇ ਵਿੱਚ ਧੱਕ ਦਿੱਤੇ ਗਏ ਆ ਜਿੱਥੇ ਗੈਰ ਕਾਨੂੰਨੀ ਇਹਨਾਂ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਇਸ ਬਾਲੜੀ ਨੂੰ ਹੋ ਸਕਦਾ ਕਿ ਹੁਣ ਨਵੀਂ ਜ਼ਿੰਦਗੀ ਮਿਲ ਜਾਵੇ। ਹੁਣ ਜਦੋਂ ਫੈਸਲਾ ਸੁਣਾਇਆ, ਉਹਦੇ ਵਿੱਚ ਫੈਸਲੇ ਵਿੱਚ ਮਾਣਯੋਗ ਅਦਾਲਤ ਨੇ, ਜੱਜ ਸਾਹਿਬ ਨੇ ਲਿਖਿਆ ਕਿ ਇਸ ਬੱਚੀ ਦੀ ਨਰਕ ਵਰਗੀ ਜ਼ਿੰਦਗੀ ਬਣਾਉਣ ਦੇ ਲਈ, ਇਸ ਲੜਕੀ ਦੇ ਹੱਥਾਂ ਦੇ ਵਿੱਚੋਂ ਕਿਤਾਬਾਂ ਖੋਹਣ ਦੇ ਲਈ, ਇਸ ਬੱਚੀ ਨੂੰ ਡਰਾਉਣ ਦੇ ਵਾਸਤੇ, ਦਿਲ ਦੇ ਵਿੱਚ ਇੱਕ ਡਰ ਬਿਠਾਉਣ ਦੇ ਵਾਸਤੇ, ਇਸ ਬੱਚੀ ਨੂੰ ਨਰਕ ਵਰਗੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕਰਨ ਦੇ ਲਈ ਤੁਹਾਨੂੰ ਇਹ ਸਖਤ ਸਜ਼ਾ ਦਿੱਤੀ ਜਾਂਦੀ ਹੈ ਕਿ 24 ਸਾਲ ਸਲਾਖਾਂ ਦੇ ਪਿੱਛੇ ਸੋਨੂ ਪੰਜਾਬਣ ਅਤੇ 20 ਸਾਲ ਸਲਾਖਾਂ ਦੇ ਪਿੱਛੇ ਸੰਦੀਪ ਬੇਦਵਾਲ ਨੂੰ ਰਹਿਣਾ ਪਏਗਾ। ਸੋ ਆਓ ਹੰਬੜਾ ਮਾਰੀਏ ਇਕੱਠੇ ਹੋ ਕੇ। ਜੇਕਰ ਕਿਸੇ ਬਾਲੜੀ ਨੂੰ, ਜੇਕਰ ਕਿਸੇ ਬਾਲ ਨੂੰ ਲੱਗ ਰਿਹਾ ਹੈ ਕਿ ਮੈਂ ਅਸੁਰੱਖਿਅਤ ਹਾਂ, ਉਹਦੇ ਨਾਲ ਕਿਤੇ ਧੱਕਾ ਕਰ ਰਿਹਾ, ਤਾਂ ਇਸ ਦੀ ਇਤਲਾਹ ਕੀਤੀ ਜਾਵੇ। ਇਹਦੇ ਨਾਲ ਆਪਾਂ ਇੱਕ ਹੋਰ ਵੀ ਕਰ ਸਕਦੇ ਹਾਂ ਕਿ ਜੇਕਰ ਤੁਹਾਨੂੰ ਤੁਹਾਡੇ ਪਿੰਡ ਕਿਸੇ ਸ਼ਹਿਰ ਦੇ ਵਿੱਚ ਬੱਚਾ ਜਾਂ ਬੱਚੀ ਲੱਗਦੀ ਹੈ ਕਿ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ, ਪਰ ਰੌਸ਼ਨ ਦਿਮਾਗ ਹੈ, ਪੜ੍ਹਦੀ ਵਧੀਆ, ਜ਼ਿੰਦਗੀ ਦੇ ਵਿੱਚ ਕੁਝ ਕਰਕੇ ਵਿਖਾ ਸਕਦੀ ਹੈ, ਸਮਾਜ ਨੂੰ ਕੁਝ ਨਵਾਂ ਨਰੋਆ ਦੇ ਸਕਦੀ ਹੈ, ਉਸ ਤਰ੍ਹਾਂ ਦੇ ਬੱਚਿਆਂ ਨੂੰ ਅਡਾਪਟ ਕਰੀਏ ਪੜ੍ਹਨ ਵਾਸਤੇ, ਪੜ੍ਹਾਈ ਦੇ ਵਾਸਤੇ। ਕਿਸੇ ਬੱਚੇ ਨੂੰ ਜੇਕਰ ਪੜ੍ਹਾ ਲਿਆ, ਕਿਸੇ ਖਾਸ ਕਰਕੇ ਬੱਚੀ ਨੂੰ ਪੜ੍ਹਾ ਲਿਆ, 3 ਪੁਸ਼ਤਾਂ ਪੜ੍ਹ ਜਾਂਦੀਆਂ ਨੇ। ਦੁਨੀਆ ਬਦਲ ਸਕਦੀ ਹੈ, ਜ਼ਮਾਨਾ ਬਦਲ ਸਕਦਾ, ਸਮਾਜ ਬਦਲ ਸਕਦਾ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ, ਫਿਰ ਲਾਈਕ ਵਾਲਾ ਬਟਨ ਵੀ ਦਬਾਉਣਾ ਬਣਦਾ ਹੈ। ਸੋ ਇਹਦੇ ਨਾਲ ਬੇਨਤੀ ਇਹ ਹੈ ਕਿ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਅੱਗੇ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਿਓ। ਤੁਹਾਡਾ ਧੰਨਵਾਦੀ ਹੋਵਾਂਗਾ। ਹੁਣ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।